ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ, ਸਾਡੇ ਦੇਸ਼ ਦੇ ਹਾਕੀ ਦੇ ਮਹਾਨ ਖਿਡਾਰੀ, ਹਾਕੀ ਦੇ ਜਾਦੂਗਰ ਬਲਬੀਰ ਸਿੰਘ ਸੀਨੀਅਰ ਜੀ ਇੱਕ ਬਹੁਤ ਵਧੀਆ ਜ਼ਿੰਦਗੀ ਅਤੇ ਬਹੁਤ ਵਧੀਆ ਜੀਵਨ ਉਹਨਾਂ ਬਤੀਤ ਕੀਤਾ ਅਤੇ ਇਸੇ ਕਰਕੇ ਉਹ ਮਾਣ ਦੇ ਨਾਲ ਸਿਰ ਉੱਚਾ ਕਰਕੇ ਇਸ ਦੁਨੀਆ ਤੋਂ ਗਏ ਨੇ। ਪਰ ਜਿਸ ਤਰ੍ਹਾਂ ਸਾਡੇ ਦੇਸ਼ ਵੱਲੋਂ ਉਹਨਾਂ ਨੂੰ ਵਿਦਾਈ ਦਿੱਤੀ ਗਈ ਜਾਂ ਕਹਿ ਲਓ ਕਿ ਵਿਦਾਈ ਨਹੀਂ ਦਿੱਤੀ ਗਈ, ਉਸ ਨਾਲ ਇਸ ਦੇਸ਼ ਦਾ ਸਿਰ ਜ਼ਰੂਰ ਸ਼ਰਮ ਦੇ ਨਾਲ ਨੀਵਾਂ ਹੋਣਾ ਚਾਹੀਦਾ ਹੈ, ਕਿਉਂਕਿ ਇਹ ਗੱਲ ਸਾਫ਼ ਤੌਰ 'ਤੇ ਸਪਸ਼ਟ ਹੈ ਕਿ ਸਾਡੇ ਦੇਸ਼ ਨੇ ਇਸ ਮਹਾਨ ਹੀਰੇ ਦੀ ਕਦਰ ਨਹੀਂ ਪਾਈ। ਜਿਸ ਵੇਲੇ ਸਰਦਾਰ ਬਲਬੀਰ ਸਿੰਘ ਸੀਨੀਅਰ ਇਸ ਦੁਨੀਆ ਤੋਂ ਰੁਖਸਤ ਹੋਏ, ਉਸੇ ਦਿਨ ਸਾਡਾ ਭਾਰਤ ਦੇਸ਼ ਦਾ ਮੀਡੀਆ, ਜਿਹਨੇ ਖਬਰ ਲੋਕਾਂ ਤੱਕ ਪਹੁੰਚਾਉਣੀ ਸੀ, ਜਿਹਦੀ ਮੁੱਖ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਇਸ ਮਹਾਨ ਸ਼ਖਸੀਅਤ ਬਾਰੇ ਲੋਕਾਂ ਨੂੰ ਦੱਸਦਾ, ਉਹ ਮੀਡੀਆ ਉਸ ਦਿਨ ਇਹ ਖਬਰ ਵਿਖਾਉਣ ਦੀ ਥਾਂ ਫਲਾਈਟਸ ਸ਼ੁਰੂ ਹੋਣ ਦੀ ਯਾਨੀ ਹਵਾਈ ਉਡਾਣਾਂ ਸ਼ੁਰੂ ਹੋਣ ਦੀ ਖੁਸ਼ੀ ਮਨਾ ਰਿਹਾ ਸੀ। ਸਾਰਾ ਦਿਨ ਮੀਡੀਆ ਦਾ ਜ਼ੋਰ ਇਸੇ ਗੱਲ ਉੱਤੇ ਲੱਗਾ ਰਿਹਾ ਕਿ ਹਵਾਈ ਅੱਡੇ ਉੱਤੇ ਕਿੰਨੀਆਂ ਫਲਾਈਟਸ ਆ ਗਈਆਂ, ਕਿੰਨੇ ਪੈਸੇਂਜਰ ਬੈਠ ਗਏ ਅਤੇ ਕਿੰਨੀਆਂ ਉਡਾਣਾਂ ਜਿਹੜੀਆਂ ਆ ਉਹ ਹਵਾ ਵਿੱਚ ਪਹੁੰਚ ਚੁੱਕੀਆਂ ਨੇ। ਜਿਸ ਢੰਗ ਨਾਲ ਸਾਡੇ ਦੇਸ਼ ਦੇ ਮੀਡੀਆ ਨੇ ਬਲਬੀਰ ਸਿੰਘ ਸੀਨੀਅਰ ਹੋਰਾਂ ਦੇ ਅਕਾਲ ਚਲਾਣੇ ਅਤੇ ਉਸ ਤੋਂ ਬਾਅਦ ਸਾਰਾ ਦਿਨ ਇਸ ਖਬਰ ਨੂੰ ਜਿਸ ਤਰੀਕੇ ਨਾਲ ਗੋਲ ਕੀਤਾ, ਯਾਨੀ ਵਿਖਾਇਆ ਹੀ ਨਹੀਂ ਜਾਂ ਨਾ ਮਾਤਰ ਦਿਖਾਇਆ ਜਾਂ ਇਸ ਨੂੰ ਇੱਕ ਤਰੀਕੇ ਨਾਲ ਲਾਂਭੇ ਕੀਤਾ, ਉਹ ਬੇਕਦਰੀ ਦੀ ਹੱਦ ਸੀ ਅਤੇ ਬੇਸ਼ਰਮੀ ਦੀ ਵੀ ਹੱਦ ਜੇ ਇਹਨੂੰ ਕਹਿ ਦਈਏ ਤਾਂ ਇਹ 'ਚ ਕੋਈ ਅਤਕਥਨੀ ਨਹੀਂ ਹੋਊਗੀ। ਇਸ ਨੂੰ ਸਿਰਫ ਮੀਡੀਆ ਦੀ ਨਲਾਇਕੀ ਨਹੀਂ ਕਿਹਾ ਜਾ ਸਕਦਾ, ਮੀਡੀਆ ਦੀ ਬੇਸ਼ਰਮੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਸਾਡੇ ਦੇਸ਼ ਦਾ ਮੀਡੀਆ ਇਸ ਵੇਲੇ ਆਪਾਂ ਸਾਰੇ ਜਾਣਦੇ ਹਾਂ ਕਿ ਇੱਕ ਤਰ੍ਹਾਂ ਦੇ ਨਾਲ ਦੇਸ਼ ਦੀ ਬਹੁ ਗਿਣਤੀ ਦੀ ਸੋਚ ਨੂੰ ਹੀ ਰਿਪਰੈਜ਼ੈਂਟ ਕਰਦਾ, ਉਹਦੀ ਪ੍ਰਤੀਨਿਧਤਾ ਕਰ ਰਿਹਾ ਅਤੇ ਸਿੱਧੇ ਤੌਰ 'ਤੇ ਸਰਕਾਰਾਂ ਦੀਆਂ ਨੀਤੀਆਂ ਨੂੰ ਹੀ ਮੀਡੀਆ ਅੱਗੇ ਤੋਰ ਰਿਹਾ। ਸਰਕਾਰ ਦੇ ਨਾਲ ਅੱਖ ਮਿਲਾ ਕੇ ਚੱਲਣ ਵਾਲਾ ਮੀਡੀਆ ਉਹੀ ਕਰ ਰਿਹਾ ਜੋ ਉਸ ਨੂੰ ਇਸ਼ਾਰਾ ਹੁੰਦਾ। ਮੀਡੀਆ ਦੇ ਪਿੱਛੇ ਜਿਹੜੀਆਂ ਤਾਕਤਾਂ ਖੜੀਆਂ ਨੇ, ਉਹਨਾਂ ਦੀ ਵੀ ਬਲਬੀਰ ਸਿੰਘ ਸੀਨੀਅਰ ਪ੍ਰਤੀ ਇਹੀ ਸੋਚ ਉਜਾਗਰ ਹੋ ਗਈ ਹੈ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਰਾਸ਼ਟਰਪਤੀ ਨੇ, ਹੋਰਨਾਂ ਸ਼ਖਸੀਅਤਾਂ ਨੇ, ਲੀਡਰਾਂ ਨੇ, ਖੇਡ ਜਗਤ ਨਾਲ ਸੰਬੰਧਿਤ ਇੱਕਾ ਦੁੱਕਾ ਸ਼ਖਸੀਅਤਾਂ ਨੇ ਟਵੀਟ ਕਰਕੇ ਗੋਲ-ਮੋਲ ਸ਼ਬਦਾਂ ਰਾਹੀਂ ਉਹਨਾਂ ਨੂੰ ਸ਼ਰਧਾਂਜਲੀ ਤਾਂ ਭੇਟ ਕਰ ਦਿੱਤੀ। ਔਰ ਵੈਸੇ ਵੀ ਆਪਾਂ ਸਾਰੇ ਜਾਣਦੇ ਹਾਂ ਕਿ ਟਵੀਟ ਕਰਨਾ ਜਾਂ ਸੋਸ਼ਲ ਮੀਡੀਆ 'ਤੇ ਕੋਈ ਪੋਸਟ ਪਾਉਣੀ, ਇਹ ਤਾਂ ਮਿੰਟਾਂ ਸਕਿੰਟਾਂ ਚੁਟਕੀਆਂ ਦਾ ਕੰਮ ਹੈ ਅਤੇ ਬਹੁਤੀ ਵਾਰ ਇਹ ਵੱਡੇ ਲੋਕ ਖੁਦ ਟਵੀਟ ਨਹੀਂ ਕਰਦੇ, ਬਲਕਿ ਇਹਨਾਂ ਕੋਲ ਲਿਖੇ ਲਿਖਾਏ ਲਫ਼ਜ਼ ਹੁੰਦੇ ਨੇ। ਸਿਰਫ ਨਾਮ ਬਦਲੀ ਕਰਕੇ ਆਪਣੇ ਸਹਾਇਕ, ਆਪਣੇ ਪੀਏ ਦੇ ਕੋਲੋਂ ਇੱਕ ਫਾਰਮੈਲਿਟੀ ਦੀ ਕਾਰਵਾਈ ਪਾਈ ਜਾਂਦੀ ਹੈ ਅਤੇ ਦੁੱਖ ਦੀ ਗੱਲ ਇਹ ਹੈ ਕਿ ਏਡੇ ਮਹਾਨ ਖਿਡਾਰੀ ਦੇ ਲਈ, ਏਡੇ ਸੱਚੇ ਸੁੱਚੇ ਬੰਦੇ ਦੇ ਲਈ ਵੀ ਸਾਡੇ ਲੀਡਰਾਂ ਨੇ, ਸਾਡੇ ਦੇਸ਼ ਦੇ ਪ੍ਰਬੰਧਕਾਂ ਨੇ ਇੱਕ ਫਾਰਮੈਲਿਟੀ ਹੀ ਕੀਤੀ ਅਤੇ ਕਾਰਵਾਈ ਪਾ ਕੇ ਸੁਰਖਰੂ ਹੋਣ ਦਾ ਕੰਮ ਕੀਤਾ। ਅੱਜ ਦੇ ਐਪੀਸੋਡ ਦੇ ਵਿੱਚ ਅਸੀਂ ਇਸੇ ਗੱਲ ਉੱਤੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਕਿਵੇਂ ਹਾਕੀ ਦੇ ਇਸ ਮਹਾਨ ਖਿਡਾਰੀ ਦੇ ਨਾਲ, ਜਿਹਦਾ ਲੋਹਾ ਸਾਰੀ ਦੁਨੀਆ ਮੰਨਦੀ ਸੀ, ਉਹਦੇ ਨਾਲ ਸਾਡੇ ਦੇਸ਼ ਨੇ ਕਿਹੋ ਜਿਹਾ ਵਤੀਰਾ ਕੀਤਾ, ਵਿਤਕਰਾ ਕੀਤਾ ਅਤੇ ਜਿੰਨੇ ਮਾਣ ਸਨਮਾਨ ਦੇ ਉਹ ਹੱਕਦਾਰ ਸਨ, ਉਹਨਾਂ ਨੂੰ ਇਸ ਦੇਸ਼ ਨੇ ਦਿੱਤਾ ਨਹੀਂ। ਅੱਜ ਦੇ ਐਪੀਸੋਡ ਦੀਆਂ ਗੱਲਾਂ ਸ਼ਾਇਦ ਕੁਝ ਲੋਕਾਂ ਨੂੰ ਕੌੜੀਆਂ ਵੀ ਲੱਗਣਗੀਆਂ, ਪਰ ਇਹ ਹੈ ਸੱਚ ਅਤੇ ਇਸ ਸੱਚ ਨੂੰ ਮੰਨਣਾ ਚਾਹੀਦਾ। ਅਸੀਂ ਇਹ ਸਮਝ ਸਕਦੇ ਹਾਂ ਕਿ ਸਾਡੇ ਦਰਸ਼ਕ ਇਸ ਗੱਲ ਉੱਤੇ ਜ਼ਰੂਰ ਹੈਰਾਨ ਹੋ ਰਹੇ ਹੋਣਗੇ ਨਾਲ ਵਿਤਕਰਾ ਕਿਵੇਂ ਹੋਇਆ। ਇਸ ਗੱਲ ਨੂੰ ਸਮਝਣ ਦੇ ਲਈ ਉਹਨਾਂ ਦੇ ਜੀਵਨ ਅਤੇ ਖ਼ਾਸ ਤੌਰ 'ਤੇ ਉਹਨਾਂ ਦੇ ਖੇਡ ਜੀਵਨ ਦੇ ਉੱਤੇ ਇੱਕ ਝਾਤੀ ਪਾਈਏ ਤਾਂ ਆਪਾਂ ਨੂੰ ਸਾਰੀ ਤਸਵੀਰ ਪਾਣੀ ਵਾਂਗੂ ਸਾਫ਼ ਹੋ ਜਾਊਗੀ। ਸਾਡਾ ਦੇਸ਼ ਇੰਡੀਆ ਓਲੰਪਿਕ ਦੇ ਇੱਕ ਮੈਡਲ ਨੂੰ ਤਰਸਦਾ ਹੈ। ਬੜੀ ਮੁਸ਼ਕਲ ਨਾਲ ਗੋਡੇ ਰਗੜ ਕੇ ਇੰਡੀਆ ਦੇ ਹਿੱਸੇ ਓਲੰਪਿਕ ਦਾ ਕੋਈ ਮੈਡਲ ਆਉਂਦਾ ਹੈ, ਭਾਵੇਂ ਉਹ ਚਾਂਦੀ ਦਾ ਹੋਵੇ ਜਾਂ ਕਾਂਸੇ ਦਾ ਹੋਵੇ ਜਾਂ ਸੋਨੇ ਦਾ ਹੋਵੇ। ਬੜੀ ਮੁਸ਼ਕਲ ਨਾਲ ਅੱਜ ਕੱਲ੍ਹ ਦੇ ਜ਼ਮਾਨੇ 'ਚ ਇੰਡੀਆ ਨੂੰ ਮੈਡਲ ਆਉਂਦਾ ਹੈ। ਬਲਬੀਰ ਸਿੰਘ ਟ੍ਰਿਪਲ ਗੋਲਡ ਮੈਡਲਿਸਟ ਨੇ, ਯਾਨੀ 3 ਸਾਲ ਲਗਾਤਾਰ ਉਹਨਾਂ ਓਲੰਪਿਕ ਗੋਲਡ ਮੈਡਲ ਇੰਡੀਆ ਨੂੰ ਦਿਵਾਇਆ। ਸੰਨ 1948, ਸੰਨ 1952 ਅਤੇ ਸੰਨ 1956 3 ਵਾਰ ਲਗਾਤਾਰ ਉਹਨਾਂ ਓਲੰਪਿਕ ਗੋਲਡ ਮੈਡਲ ਜਿੱਤਿਆ ਅਤੇ ਇੰਡੀਆ ਨੂੰ ਵੀ ਜਿਤਾਇਆ। ਇਸ ਤੋਂ ਵੀ ਵੱਡੀ ਗੱਲ ਦੇਖੋ, ਸੰਨ 1952 ਦੇ ਓਲੰਪਿਕ ਗੇਮਸ ਦੇ ਹਾਕੀ ਦੇ ਫਾਈਨਲ ਮੈਚ ਵਿੱਚ ਉਹਨਾਂ ਨੈਦਰਲੈਂਡਸ ਦੀ ਟੀਮ, ਜਿਹਨੂੰ ਆਪਾਂ ਹਾਲੈਂਡ ਵੀ ਕਹਿ ਦਿੰਦੇ ਹਾਂ, ਨੈਦਰਲੈਂਡਸ ਦੀ ਟੀਮ ਜੋ ਕਿ ਬਹੁਤ ਤਕੜੀ ਟੀਮ ਮੰਨੀ ਜਾਂਦੀ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਨੈਦਰਲੈਂਡਸ ਦੀ ਟੀਮ ਬੜੀ ਤੇਜ਼ ਤਰਾਰ ਹਾਕੀ ਖੇਡਣ ਵਾਲੀ ਟੀਮ ਮੰਨੀ ਜਾਂਦੀ ਹੈ। ਉਸੇ ਨੈਦਰਲੈਂਡਸ ਦੀ ਟੀਮ ਦੇ ਖਿਲਾਫ ਬਲਬੀਰ ਸਿੰਘ ਸੀਨੀਅਰ ਨੇ 1952 ਦੇ ਓਲੰਪਿਕ ਗੇਮਸ ਦੇ ਹਾਕੀ ਦੇ ਫਾਈਨਲ ਮੈਚ ਵਿੱਚ
5 ਗੋਲ ਕੀਤੇ, ਹੈਟ੍ਰਿਕ ਤੋਂ ਵੀ ਜ਼ਿਆਦਾ 5 ਗੋਲ ਕੀਤੇ। ਇਹ ਇੱਕ ਐਸਾ ਰਿਕਾਰਡ ਹੈ ਜੋ ਉਦੋਂ ਤੋਂ ਲੈ ਕੇ ਹੁਣ ਤੱਕ ਉਸੇ ਤਰ੍ਹਾਂ ਖੜਾ ਹੈ। ਇਸ ਰਿਕਾਰਡ ਨੂੰ ਨਾ ਕੋਈ ਤੋੜ ਸਕਿਆ ਅਤੇ ਨਾ ਹੀ ਲੱਗਦਾ ਕਿ ਕੋਈ ਤੋੜ ਸਕੂਗਾ ਕਿ ਫਾਈਨਲ ਇਹ ਵਰਲਡ ਰਿਕਾਰਡ ਹੈ ਜੋ ਕਿਸੇ ਹੋਰ ਖਿਡਾਰੀ ਦੇ ਹਿੱਸੇ ਨਹੀਂ ਆਇਆ। ਸਾਡੇ ਦੇਸ਼ ਵਿੱਚ ਇਸ ਰਿਕਾਰਡ ਦੀ ਕਿੰਨੀ ਕੁ ਚਰਚਾ ਹੋਈ ਇਹ ਆਪਾਂ ਸਾਰਿਆਂ ਨੇ ਵੇਖ ਹੀ ਲਿਆ। ਇਹ ਤੇ ਇੱਕ ਹੋਰ ਮਾੜੀ ਗੱਲ ਇਹ ਵੀ ਸੀ ਕਿ ਸਾਡੇ ਦੇਸ਼ ਵਿੱਚ ਇਸ ਰਿਕਾਰਡ ਨੂੰ ਮਾਨਤਾ ਦੇਣੀ ਜਾਂ ਇਸ ਨੂੰ ਪ੍ਰਚਾਰਨਾ ਜਾਂ ਇਹਦੀ ਕਦਰ ਕਰਨੀ, ਇਹਦਾ ਮੁੱਲ ਪਾਉਣਾ ਤਾਂ ਬਹੁਤ ਦੂਰ ਦੀ ਗੱਲ, ਸਗੋਂ ਇਸ ਰਿਕਾਰਡ ਨੂੰ ਮਲੀਆ ਮੇਟ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਉਹ ਕਿਵੇਂ? ਦਰਅਸਲ ਇਸ ਦੇਸ਼ ਵਿੱਚ ਕੁਝ ਖਾਸ ਲੋਕਾਂ ਦਾ, ਕੁਝ ਏਜੰਸੀਆਂ ਦਾ ਇਸ ਗੱਲ 'ਤੇ ਪੂਰਾ ਜ਼ੋਰ ਲੱਗਾ ਰਿਹਾ ਕਿ ਇਹ ਜੋ ਰਿਕਾਰਡ ਆ, ਵਰਲਡ ਰਿਕਾਰਡ, ਇਹ ਬਲਬੀਰ ਸਿੰਘ ਤੋਂ ਹੋ ਕੇ ਕਿਸੇ ਹੋਰ ਖਿਡਾਰੀ ਨੂੰ ਦਿੱਤੇ ਜਾਣ ਲਈ ਵੀ ਟਿੱਲ ਦਾ ਜ਼ੋਰ ਲਾਇਆ ਗਿਆ ਸੀ। ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦਾ ਪਤਾ ਹੋਊਗਾ। ਬਾਅਦ ਵਿੱਚ ਪੂਰੀ ਦੁਨੀਆ ਦੇ ਸਾਹਮਣੇ ਸੱਚ ਆ ਗਿਆ ਸੀ ਕਿ ਵਰਲਡ ਰਿਕਾਰਡ 5 ਗੋਲ ਕਰਨ ਦਾ ਓਲੰਪਿਕ ਫਾਈਨਲ ਵਿੱਚ ਸਿਰਫ ਬਲਬੀਰ ਸਿੰਘ ਹੋਰਾਂ ਦੇ ਨਾਂ ਹੈ ਅਤੇ ਇਹ ਰਿਕਾਰਡ ਅੱਜ ਤੱਕ ਉਸੇ ਤਰ੍ਹਾਂ ਕਾਇਮ ਹੈ। ਪਰ ਇੱਥੋਂ ਇਹ ਸਾਬਤ ਹੋ ਜਾਂਦਾ ਹੈ ਕਿ ਉਹਨਾਂ ਦੇ ਨਾਲ ਵਿਤਕਰਾ ਉਸੇ ਸਮੇਂ ਤੋਂ ਹੁੰਦਾ ਆ ਰਿਹਾ ਹੈ। ਬਲਬੀਰ ਸਿੰਘ ਹੋਰਾਂ ਨੇ ਸਿਰਫ ਇੱਕ ਖਿਡਾਰੀ ਵਜੋਂ ਹੀ ਨਹੀਂ ਬਲਕਿ ਇੱਕ ਕੋਚ ਅਤੇ ਮੈਨੇਜਰ ਵਜੋਂ ਵੀ ਭਾਰਤੀ ਹਾਕੀ ਟੀਮ ਨੂੰ ਬਿਹਤਰੀਨ ਸੇਵਾਵਾਂ ਦਿੱਤੀਆਂ। 2 ਓਲੰਪਿਕ ਖੇਡਾਂ ਵਿੱਚ ਮੈਡਲ ਉਹਨਾਂ ਨੇ ਭਾਰਤੀ ਹਾਕੀ ਟੀਮ ਨੂੰ ਐਜ਼ ਏ ਕੋਚ, ਇੱਕ ਕੋਚ ਵਜੋਂ ਅਤੇ ਇੱਕ ਮੈਨੇਜਰ ਵਜੋਂ ਵੀ ਦੁਆਏ। ਇਸ ਗੱਲ ਦਾ ਵੀ ਸਾਡੇ ਦੇਸ਼ ਨੇ ਬਾਹਲਾ ਮੁੱਲ ਨਹੀਂ ਪਾਇਆ ਕਿ ਸਭ ਤੋਂ ਵੱਡੇ ਮਾਣ ਵਾਲੀ ਗੱਲ ਜਿਸ ਦਾ ਇਸ ਦੇਸ਼ ਵਿੱਚ ਬਹੁਤ ਘੱਟ ਨਾ ਮਾਤਰ ਜ਼ਿਕਰ ਹੋਇਆ ਉਹ ਇਹ ਹੈ ਕਿ ਸਾਲ 2012 ਦੀਆਂ ਲੰਡਨ ਓਲੰਪਿਕਸ, ਇਹ ਉਹ ਖੇਡਾਂ ਸਨ ਜਦੋਂ ਲੰਡਨ ਦੇ ਪ੍ਰਸਿੱਧ ਰਾਇਲ ਓਪੇਰਾ ਹਾਊਸ ਦੇ ਵਿੱਚ ਸੰਨ 776 ਈਸਵੀ ਤੋਂ ਲੈ ਕੇ 2012 ਤੱਕ 16 ਚੋਣਵੇਂ ਓਲੰਪੀਅਨ ਖਿਡਾਰੀਆਂ ਦੀ ਲਿਸਟ ਬਣੀ ਸੀ। ਇਹ ਉਹ ਖਿਡਾਰੀ ਉਹਨਾਂ ਨੇ ਚੁਣੇ ਸਨ ਜਿਨ੍ਹਾਂ ਦਾ ਜੀਵਨ ਸੰਘਰਸ਼ਮਈ ਅਤੇ ਹੋਰਨਾਂ ਦੇ ਲਈ ਪ੍ਰੇਰਨਾ ਸਰੋਤ ਹੈ। ਯਾਨੀ ਪੂਰੀ ਦੁਨੀਆ ਦੇ ਵਿੱਚੋਂ 16 ਓਲੰਪਿਕ ਖਿਡਾਰੀ ਛਾਂਟੇ ਗਏ ਅਤੇ ਉਹਨਾਂ ਨੂੰ ਲੰਡਨ ਦੇ ਰਾਇਲ ਓਪੇਰਾ ਹਾਊਸ ਦੇ ਵਿੱਚ ਲੋਕਾਂ ਮੂਹਰੇ ਪ੍ਰਦਰਸ਼ਿਤ ਕੀਤਾ ਗਿਆ। ਉਹਨਾਂ ਦੇ ਨਾਂ ਉੱਥੇ ਬਕਾਇਦਾ ਦਰਜ ਕੀਤੇ ਗਏ, ਉਹਨਾਂ ਦੀਆਂ ਤਸਵੀਰਾਂ ਲਾਈਆਂ ਗਈਆਂ ਤਾਂ ਜੋ ਲੋਕਾਂ ਨੂੰ ਉਹਨਾਂ ਦੀ ਮਿਸਾਲ ਦਿੱਤੀ ਜਾ ਸਕੇ। ਉੱਥੇ ਉਹਦੇ ਵਿੱਚ ਬਲਬੀਰ ਸਿੰਘ ਸੀਨੀਅਰ ਹੋਣਾ ਦਾ ਵੀ ਨਾਂ ਸ਼ਾਮਿਲ ਸੀ। ਯਾਨੀ ਓਲੰਪਿਕ ਕਮੇਟੀ ਅਤੇ ਓਲੰਪਿਕ ਖੇਡਾਂ ਦੇ ਪ੍ਰਬੰਧਕਾਂ ਨੇ ਵੀ ਉਹਨਾਂ ਦਾ ਲੋਹਾ ਮੰਨਿਆ, ਉਹਨਾਂ ਦੇ ਮੁੱਲ ਨੂੰ ਪਛਾਣਿਆ ਅਤੇ ਉਹਨਾਂ ਦਾ ਮੁੱਲ ਚੰਗੀ ਤਰ੍ਹਾਂ ਪਾਇਆ ਅਤੇ ਦੁਨੀਆ ਨੂੰ ਦੱਸਿਆ ਕਿ ਐਡਾ ਮਹਾਨ ਖਿਡਾਰੀ ਸਾਡੇ ਕੋਲ ਮੌਜੂਦ ਹੈ ਜਿਹਨੇ ਓਲੰਪਿਕ ਖੇਡਾਂ ਨੂੰ ਆਪਣੀ ਖੇਡ ਦੇ ਨਾਲ ਰੁਸ਼ਨਾਇਆ ਕੀਤਾ। ਯਾਨੀ ਖੇਡਾਂ ਦੀ ਦੁਨੀਆ ਵਿੱਚੋਂ ਪਦਮ ਸ਼੍ਰੀ ਅਵਾਰਡ ਹਾਸਲ ਕਰਨ ਵਾਲੀ ਉਹ ਪਹਿਲੀ ਸ਼ਖਸੀਅਤ ਸਨ। ਉਹਨਾਂ ਤੋਂ ਬਾਅਦ ਇਹ ਅਵਾਰਡ ਹਾਲਾਂਕਿ ਹੁਣ ਰਿਓੜੀਆਂ ਦੀ ਤਰ੍ਹਾਂ ਵੰਡਿਆ ਗਿਆ, ਹਾਲਾਂਕਿ ਉਹ ਇਸ ਤੋਂ ਕਿਤੇ ਵੱਡੇ ਅਵਾਰਡ ਦੇ ਹੱਕਦਾਰ ਸਨ। ਜਦੋਂ ਗੱਲ ਵੱਡੇ ਅਵਾਰਡ ਦੀ ਅਸੀਂ ਕਰ ਰਹੇ ਹਾਂ ਤਾਂ ਜ਼ਿਕਰ ਹਮੇਸ਼ਾ ਭਾਰਤ ਰਤਨ ਅਵਾਰਡ ਦਾ ਆਊਗਾ। ਪ੍ਰਾਪਤੀਆਂ ਭਾਰਤੀ ਹਾਕੀ ਹੀ ਨਹੀਂ, ਭਾਰਤੀ ਖੇਡ ਜਗਤ ਨੂੰ ਉਹਨਾਂ ਦੀ ਮਹਾਨ ਦੇਣ ਬਦਲੇ ਭਾਰਤ ਰਤਨ ਅਵਾਰਡ ਦਿੱਤਾ ਜਾਣਾ ਚਾਹੀਦਾ ਸੀ। ਇੱਕਾ ਦੁੱਕਾ ਵਾਰ ਉਹਨਾਂ ਨੇ ਆਪਣੇ ਮੂੰਹੋਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ, ਪਰ ਫਿਰ ਵੀ ਭਾਰਤ ਦੇ ਪ੍ਰਬੰਧਕਾਂ ਨੇ ਉਹਨਾਂ ਨੂੰ ਇਸ ਅਵਾਰਡ ਤੋਂ ਵਾਂਝਿਆ ਹੀ ਰੱਖਿਆ। ਉਹਨਾਂ ਨੂੰ ਭਾਰਤ ਰਤਨ ਦੇਣਾ ਤਾਂ ਦੂਰ, ਉਹਨਾਂ ਦੇ 36 ਮੈਡਲ, 120 ਇਤਿਹਾਸਕ ਅਤੇ ਦੁਰਲੱਭ ਫੋਟੋਜ਼ ਅਤੇ ਉਹਨਾਂ ਦੇ 2 ਇਤਿਹਾਸਿਕ ਬਲੇਜ਼ਰ ਗਾਇਬ ਹੋ ਗਏ ਜਾਂ ਗਾਇਬ ਕਰ ਦਿੱਤੇ ਗਏ। ਉਹਦੇ ਬਾਰੇ ਸੱਚ ਜਿਹੜਾ ਆ ਅੱਜ ਤੱਕ ਸਾਡੇ ਸਾਹਮਣੇ ਨਹੀਂ ਆਇਆ। ਪਤਾ ਹੀ ਨਹੀਂ ਲੱਗ ਸਕਿਆ ਕਿ ਕੀ ਬਣਿਆ, ਕੀ ਸੱਚਾਈ ਸੀ, ਚੋਰੀ ਹੋਈ ਜਾਂ ਗਾਇਬ ਕੀਤੇ ਗਏ। ਜੇ ਉਹਨਾਂ ਦੇ ਕੋਲੋਂ ਓਲੰਪਿਕ ਫਾਈਨਲ ਵਿੱਚ 5 ਗੋਲ ਕਰਨ ਦਾ ਰਿਕਾਰਡ ਖੋਹਣ ਦੀ ਕੋਸ਼ਿਸ਼ ਹੋ ਸਕਦੀ ਹੈ ਤਾਂ ਉਹਨਾਂ ਦਾ ਇਹ ਕੀਮਤੀ ਸਮਾਨ ਅਤੇ ਦਸਤਾਵੇਜ਼ ਅਤੇ ਯਾਦਾਂ ਗਾਇਬ ਕਰਨ ਦੀ ਸਾਜ਼ਿਸ਼ ਵੀ ਹੋਈ ਹੋ ਸਕਦੀ ਹੈ। ਇਹ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ ਕਿਉਂਕਿ ਇਤਿਹਾਸ ਗਵਾਹ ਹੈ ਕਿ ਇਸ ਦੇਸ਼ ਦੇ ਵਿੱਚ ਸੱਚ ਜਿਹੜਾ ਹੈ ਉਹ ਅਕਸਰ ਦੱਬਿਆ ਜਾਂਦਾ ਹੈ। ਪਰ ਉਸ ਮਹਾਨ ਖਿਡਾਰੀ ਦੀ ਮਹਾਨਤਾ ਵੇਖੋ ਕਿ ਉਸਨੇ ਇਸ ਗੱਲ ਦਾ ਵੀ ਰੋਸਾ ਨਹੀਂ ਸੀ ਕੀਤਾ, ਨਾ ਹੀ ਕੋਈ ਪੁਲਿਸ ਕੰਪਲੇਂਟ ਕੀਤੀ ਅਤੇ ਨਾ ਹੀ ਕੋਈ ਸ਼ਿਕਾਇਤ ਦਰਜ ਕਰਾਈ। ਇਹੀ ਉਹਨਾਂ ਦੀ ਮਹਾਨ ਸ਼ਖਸੀਅਤ ਦੀ ਇੱਕ ਹੋਰ ਵੱਡੀ ਮਿਸਾਲ ਹੈ। ਸਾਡੇ ਜੈਮ ਟੀਵੀ ਦੇ ਸੂਝਵਾਨ ਦਰਸ਼ਕ ਉਹਨਾਂ ਦੀਆਂ ਪ੍ਰਾਪਤੀਆਂ ਦੀ ਸੂਚੀ ਸੁਣਨ ਤੋਂ ਬਾਅਦ ਇਹ ਗੱਲ ਤਾਂ ਮਹਿਸੂਸ ਕਰ ਰਹੇ ਹੋਣਗੇ, ਸਮਝ ਹੀ ਗਏ ਹੋਣਗੇ ਕਿ ਉਹਨਾਂ ਨੂੰ ਭਾਰਤ ਰਤਨ ਅਵਾਰਡ ਦੇਣਾ ਬਣਦਾ ਸੀ। ਪਤਾ ਨਹੀਂ ਉਹ ਕਿਹੜੀ ਐਸੀ ਚੀਜ਼ ਸੀ ਜੋ ਨਹੀਂ ਕਰ ਸਕੇ ਜਿਹਦੇ ਬਦਲੇ ਉਹਨਾਂ ਨੂੰ ਭਾਰਤ ਰਤਨ ਤੋਂ ਵਾਂਝੇ ਰੱਖਿਆ ਗਿਆ। ਇਹਦਾ ਜਵਾਬ ਤਾਂ ਭਾਰਤ ਸਰਕਾਰ ਹੀ ਦੇ ਸਕਦੀ ਸੀ। ਮੀਡੀਆ ਨੇ ਤਾਂ ਇਸ ਗੱਲ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ। ਸੋਸ਼ਲ ਮੀਡੀਆ ਉੱਤੇ ਵੀ ਇਹ ਗੱਲ ਬਹੁਤ ਘੱਟ
ਵਿਖਾਈ ਦਿੱਤੀ ਅਤੇ ਜੇਕਰ ਕਿਸੇ ਨੇ ਇਹਦਾ ਥੋੜ੍ਹਾ ਬਹੁਤਾ ਦੁੱਖ ਜ਼ਾਹਰ ਕੀਤਾ ਤਾਂ ਉਹਨਾਂ ਵਿੱਚ ਵੀ ਵੱਡੀ ਗਿਣਤੀ ਸਾਡੇ ਪੰਜਾਬੀਆਂ ਦੀ ਹੀ ਸੀ। ਬਹੁਤੇ ਲੋਕੀ ਕਹਿਣਗੇ ਕਿ ਉਹਨਾਂ ਨੂੰ ਪਦਮ ਸ਼੍ਰੀ ਦੇ ਦਿੱਤਾ ਗਿਆ, ਉਹਨਾਂ ਦੀ ਜ਼ਿੰਦਗੀ ਦੇ ਕੁਝ ਹਿੱਸਿਆਂ ਨੂੰ ਲੈ ਕੇ ਗੋਲਡ ਵਰਗੀ ਇੱਕ ਫਿਲਮ ਬਣਾ ਦਿੱਤੀ। ਪਰ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਗੋਲਡ ਫਿਲਮ ਦੇ ਵਿੱਚ ਜਿਹੜਾ ਪਾਤਰ ਜਿਸ ਤਰੀਕੇ ਨਾਲ ਦਾਅਵਾ ਕੀਤਾ ਗਿਆ ਕਿ ਬਲਬੀਰ ਸਿੰਘ ਦੀ ਜ਼ਿੰਦਗੀ ਉੱਤੇ ਆਧਾਰਿਤ ਹੈ, ਉਸ ਪਾਤਰ ਨੂੰ ਵੀ ਸਹੀ ਢੰਗ ਨਾਲ ਨਹੀਂ ਵਿਖਾਇਆ ਗਿਆ ਅਤੇ ਉਸਨੂੰ ਹਾਕੀ ਟੀਮ ਦੀ ਪ੍ਰਾਪਤੀ ਦੇ ਵਿੱਚ ਸਿਰਫ ਇੱਕ ਅੰਗਰੇਜ਼ੀ 'ਚ ਜਿਹਨੂੰ ਕਹਿੰਦੇ ਬਿਟ ਪਾਰਟ ਪਲੇਅਰ, ਯਾਨੀ ਥੋੜ੍ਹਾ ਜਿਹਾ ਹਿੱਸਾ ਨਿਭਾਉਣ ਵਾਲੇ ਪਲੇਅਰ ਵਜੋਂ ਹੀ ਪੇਸ਼ ਕੀਤਾ ਗਿਆ ਸੀ। ਸੋ ਗੋਲਡ ਮੂਵੀ ਨੂੰ ਬਲਬੀਰ ਸਿੰਘ ਦੀ ਜ਼ਿੰਦਗੀ ਸੰਬੰਧੀ ਭਾਰਤੀ ਸਿਨੇਮਾ ਦੀ ਕੋਈ ਦੇਣ ਜਾਂ ਸ਼ਰਧਾਂਜਲੀ ਨਹੀਂ ਮੰਨਿਆ ਜਾ ਸਕਦਾ। ਉਹ ਫਿਰ ਜਿਵੇਂ ਆਮ ਜ਼ਿੰਦਗੀ ਵਿੱਚ ਵੀ ਅਸੀਂ ਸਾਫ਼ ਉਹਨਾਂ ਦੇ ਨਾਲ ਵਿਤਕਰਾ ਹੁੰਦਾ ਮਹਿਸੂਸ ਕੀਤਾ, ਉਸੇ ਤਰ੍ਹਾਂ ਉਸ ਫਿਲਮ ਵਿੱਚ ਵੀ ਉਹਨਾਂ ਦੇ ਨਾਲ ਵਿਤਕਰਾ ਹੀ ਮਹਿਸੂਸ ਹੋਇਆ। ਜਿੰਨੀ ਬਲਬੀਰ ਸਿੰਘ ਸੀਨੀਅਰ ਹੋਰਾਂ ਦੀ ਪ੍ਰਾਪਤੀ ਸੀ, ਜਿੰਨੀ ਉਹਨਾਂ ਦੀ ਦੇਣ ਸੀ, ਉਹਦੇ ਮੂਹਰੇ ਭਾਰਤ ਰਤਨ ਅਵਾਰਡ ਵੀ ਸ਼ਾਇਦ ਛੋਟਾ ਹੁੰਦਾ। ਪਰ ਫਿਰ ਵੀ ਦੇਸ਼ ਦੇ ਲੋਕਾਂ ਨੂੰ, ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਇਹ ਦੱਸਣ ਦੇ ਲਈ ਸਾਡੇ ਕੋਲ ਇਹੋ ਜਿਹੀ ਮਹਾਨ ਸ਼ਖਸੀਅਤ ਮੌਜੂਦ ਹੈ, ਇਹ ਅਵਾਰਡ ਦਿੱਤਾ ਜਾ ਸਕਦਾ ਸੀ ਅਤੇ ਇੱਕ ਨਵਾਂ ਉਦਾਹਰਣ ਪੇਸ਼ ਕੀਤਾ ਜਾ ਸਕਦਾ ਸੀ। ਪਰ ਸੌੜੀ ਰਾਜਨੀਤੀ ਨੇ ਇਹ ਚੀਜ਼ ਹੋਣ ਨਹੀਂ ਦਿੱਤੀ। ਜਦੋਂ ਗੱਲ ਬਲਬੀਰ ਸਿੰਘ ਹੋਰਾਂ ਨੂੰ ਮਾਣ ਸਨਮਾਨ, ਢੁਕਵਾਂ ਮਾਣ ਸਨਮਾਨ ਨਾ ਮਿਲਣ ਦੀ ਹੁੰਦੀ ਹੈ, ਤਾਂ ਇੱਕ ਹੋਰ ਅਜਿਹਾ ਉਦਾਹਰਣ ਜੋ ਇਹਦੇ ਨਾਲ ਹੀ ਜੁੜਦਾ ਮਹਿਸੂਸ ਹੁੰਦਾ, ਉਹ ਸੀ ਜਨਰਲ ਜਗਜੀਤ ਸਿੰਘ ਅਰੋੜਾ ਹੋਰਾਂ ਦਾ, ਜਿਨ੍ਹਾਂ ਭਾਰਤ ਦਾ ਨਕਸ਼ਾ ਜੋ ਇਸ ਵੇਲੇ ਸਾਡੇ ਸਾਹਮਣੇ ਹੈ ਉਹਨੂੰ ਬਰਕਰਾਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਆਪਣੇ ਦਮ ਉੱਤੇ ਉਹਨਾਂ ਇਸ ਦੇਸ਼ ਨੂੰ ਖਿਲਰਨ ਤੋਂ ਬਚਾ ਲਿਆ ਸੀ। ਪਰ ਜਿਵੇਂ ਉਹਨਾਂ ਦੇ ਨਾਲ ਹੋਇਆ ਇਸ ਦੇਸ਼ ਵਿੱਚ, ਉਹਨਾਂ ਨੂੰ ਭੁਲਾਇਆ ਗਿਆ, ਉਸੇ ਤਰ੍ਹਾਂ ਬਲਬੀਰ ਸਿੰਘ ਹੋਰਾਂ ਦੇ ਮਾਮਲੇ ਵਿੱਚ ਵੀ ਉਹ ਇਤਿਹਾਸ ਜਿਹੜਾ ਦੁਹਰਾਇਆ ਗਿਆ ਮਹਿਸੂਸ ਹੁੰਦਾ ਹੈ। ਦੋਵੇਂ ਅਲੱਗ-ਅਲੱਗ ਫੀਲਡ ਤੋਂ ਨੇ, ਪਰ ਦੋਵਾਂ ਦੇ ਨਾਲ ਜਿਹੋ ਜਿਹਾ ਵਤੀਰਾ ਹੋਇਆ ਉਹਦੇ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਨਜ਼ਰ ਆਉਂਦੀਆਂ ਨੇ। ਸਾਡੇ ਬਹੁਤ ਸਾਰੇ ਦਰਸ਼ਕ ਇਹ ਵੀ ਸੋਚਦੇ ਹੋਣਗੇ ਕਿ ਬਲਬੀਰ ਸਿੰਘ ਸੀਨੀਅਰ ਨਾਂ ਦੇ ਵਿੱਚ ਸੀਨੀਅਰ ਦਾ ਮਤਲਬ ਕੀ ਸੀਗਾ। ਸੀਨੀਅਰ ਦਾ ਭਾਵ ਸਿਰਫ ਇੰਨਾ ਸੀ ਕਿ ਭਾਰਤੀ ਟੀਮ ਦੇ ਵਿੱਚ ਉਹਨਾਂ ਤੋਂ ਬਾਅਦ ਵੀ ਬਲਬੀਰ ਸਿੰਘ ਨਾਂ ਦੇ ਖਿਡਾਰੀ ਆਉਂਦੇ ਰਹੇ ਨੇ, ਪਰ ਉਹਨਾਂ ਨੂੰ ਸਭ ਦਾ ਸੀਨੀਅਰ ਮੰਨਿਆ ਗਿਆ, ਯਾਨੀ ਪਹਿਲੇ ਅਤੇ ਸਭ ਤੋਂ ਪ੍ਰਮੁੱਖ ਖਿਡਾਰੀ ਜਿਨ੍ਹਾਂ ਦਾ ਨਾਮ ਬਲਬੀਰ ਸਿੰਘ ਸੀ ਉਹ ਉਹੀ ਸਨ ਅਤੇ ਸਭ ਤੋਂ ਜ਼ਿਆਦਾ ਪਛਾਣ ਵੀ ਉਹਨਾਂ ਦੀ ਮੰਨੀ ਜਾਂਦੀ ਹੈ। ਇਸੇ ਕਰਕੇ ਉਹਨਾਂ ਦੇ ਨਾਂ ਦੇ ਨਾਲ ਬਲਬੀਰ ਸਿੰਘ ਸੀਨੀਅਰ ਲਿਖਿਆ ਪੜ੍ਹਿਆ ਜਾਂਦਾ ਸੀ। ਫਿਰ ਸਾਡੇ ਦੇਸ਼ ਵਿੱਚ ਇਸ ਗੱਲ ਉੱਤੇ ਬੜੀ ਹਾਈ ਪਰਲੋ ਮਚਾਈ ਜਾਂਦੀ ਹੈ ਕਿ ਸਾਡਾ ਹਾਕੀ 'ਚ ਮੈਡਲ ਨਹੀਂ ਆਉਂਦਾ, ਸਾਡੀ ਹਾਕੀ ਟੀਮ ਅੰਤਰਰਾਸ਼ਟਰੀ ਪੱਧਰ ਉੱਤੇ ਫਾਡੀ ਸਾਬਤ ਹੋ ਰਹੀ ਹੈ, ਹਾਕੀ ਵਿੱਚ ਸਾਡੀ ਹਾਲਤ ਬੜੀ ਖਰਾਬ ਹੈ ਅਤੇ ਅਸੀਂ ਆਪਣੇ ਹਾਕੀ ਦੇ ਹੀਰਿਆਂ ਨੂੰ ਸਾਂਭਣਾ ਹੀ ਨਹੀਂ, ਉਹਨਾਂ ਤੋਂ ਪ੍ਰੇਰਨਾ ਹੀ ਨਹੀਂ ਲੈਣੀ, ਉਹਨਾਂ ਦਾ ਮੁੱਲ ਨਹੀਂ ਪਾਉਣਾ, ਤਾਂ ਫਿਰ ਹਾਕੀ ਵਿੱਚ ਮੈਡਲ ਦੀ ਉਮੀਦ ਕਿਵੇਂ ਕਰ ਸਕਦੇ ਹਾਂ? ਕਿਵੇਂ ਆਸ ਕਰ ਸਕਦੇ ਕਿ ਸਾਡੀ ਹਾਕੀ ਪਹਿਲਾਂ ਵਰਗੀ ਹੋ ਜਾਵੇ? ਜਦ ਪਹਿਲਾਂ ਜਿਹੜੇ ਲੋਕ ਹਾਕੀ ਨੂੰ ਬੁਲੰਦੀਆਂ 'ਤੇ ਲੈ ਕੇ ਗਏ ਆ, ਜੇ ਅਸੀਂ ਉਹਨਾਂ ਦਾ ਮੁੱਲ ਹੀ ਨਹੀਂ ਪਾਉਣਾ ਤਾਂ ਫਿਰ ਹਾਕੀ ਨੇ ਤਾਂ ਹੇਠਾਂ ਡਿੱਗਣਾ ਹੀ ਹੈ ਅਤੇ ਇਸ ਨੂੰ ਡਿੱਗਣ ਤੋਂ ਕੋਈ ਨਹੀਂ ਰੋਕ ਸਕਦਾ। ਅਤੇ ਮੈਂ ਤਾਂ ਇੱਥੋਂ ਤੱਕ ਵੀ ਇਸ ਐਪੀਸੋਡ ਰਾਹੀਂ ਕਹਿ ਸਕਦਾ ਹਾਂ ਕਿ ਆਉਣ ਵਾਲੇ ਸਾਲਾਂ ਵਿੱਚ ਸਾਡੀ ਹਾਕੀ ਟੀਮ ਨੂੰ ਮੈਡਲ ਮਿਲਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਸ਼ਾਇਦ ਇਹ ਕੁਦਰਤ ਦਾ ਇਨਸਾਫ ਵੀ ਹੋਊਗਾ ਕਿ ਜਿੱਥੇ ਹਾਕੀ ਦੇ ਇਹੋ ਜਿਹੇ ਮਹਾਨ ਹੀਰਿਆਂ ਦੀ ਇੰਨੀ ਬੇਕਦਰੀ ਹੋਣੀ ਆ, ਉੱਥੇ ਫਿਰ ਹਾਕੀ ਦਾ ਮੈਡਲ ਆਉਣਾ ਮੁਮਕਿਨ ਨਹੀਂ ਹੋਊਗਾ। ਕਿੰਨੀ ਦੇਰ ਤੱਕ ਸਾਡੇ ਦੇਸ਼ ਵਿੱਚ ਖਿਡਾਰੀ ਦੀ ਖੇਡ ਦੇਖਣ ਤੋਂ ਪਹਿਲਾਂ ਉਹਦਾ ਧਰਮ ਅਤੇ ਉਹਦੀ ਜਾਤ ਵੇਖੀ ਜਾਂਦੀ ਰਹੂਗੀ, ਇਹ ਵੀ ਹੁਣ ਸੋਚਣ ਦਾ ਵੇਲਾ ਆ ਗਿਆ। ਸਾਡੇ ਦੇਸ਼ ਦੀ ਇਹ ਕੌੜੀ ਸੱਚਾਈ ਹੈ ਕਿ ਜਿਹਨੂੰ ਜ਼ਿਆਦਾਤਰ ਲੋਕ ਜਿਹਨੂੰ ਰਾਸ਼ਟਰਪਿਤਾ ਬਣਾਉਣਾ ਚਾਹੁੰਦੇ ਆ, ਰਾਸ਼ਟਰਪਿਤਾ ਉਹੀ ਬਣਨਾ ਹੈ। ਜਿਹਨੂੰ ਉਹ ਲੋਹ ਪੁਰਸ਼ ਬਣਾਉਣਾ ਚਾਹੁੰਦੇ ਆ, ਆਇਰਨ ਮੈਨ ਬਣਾਉਣਾ ਚਾਹੁੰਦੇ ਆ, ਆਇਰਨ ਮੈਨ ਉਹੀ ਬਣਨਾ ਆ। ਜਿਹਨੂੰ ਹਾਕੀ ਦਾ ਜਾਦੂਗਰ ਉਹਨਾਂ ਨੇ ਬਣਾਉਣਾ ਆ, ਉਹਨੂੰ ਉਹਨਾਂ ਨੇ ਹੀ ਬਣਾ ਕੇ ਹੀ ਸਾਹ ਲੈਣਾ ਆ। ਅਤੇ ਜਿਹਨੂੰ ਪਿੱਛੇ ਕਰਨਾ ਆ ਜਾਂ ਜਿਹਨੂੰ ਖੁੱਡੇ ਲਾਈਨ ਲਾਉਣਾ ਆ, ਜਿਹਦੀਆਂ ਪ੍ਰਾਪਤੀਆਂ ਨੂੰ ਘੱਟ ਕਰਨਾ ਆ, ਉਹ ਵੀ ਉਹਨਾਂ ਨੇ ਕਰਕੇ ਹੀ ਸਾਹ ਲੈਣਾ ਆ। ਅਜਿਹੀਆਂ ਬਹੁਤ ਸਾਰੀਆਂ ਮਿਸਾਲਾਂ ਸਾਡੇ ਸਾਹਮਣੇ ਆ ਚੁੱਕੀਆਂ ਨੇ। ਇਸ ਤਰ੍ਹਾਂ ਇਹ ਗੱਲ ਸਾਫ਼ ਅਤੇ ਸਪਸ਼ਟ ਹੋ ਜਾਂਦੀ ਹੈ ਕਿ ਬਲਬੀਰ ਸਿੰਘ ਸੀਨੀਅਰ ਦੀ ਮਹਾਨ ਸ਼ਖਸੀਅਤ ਅਤੇ ਭਾਰਤੀ ਹਾਕੀ ਅਤੇ ਭਾਰਤੀ ਖੇਡ ਜਗਤ ਨੂੰ ਜੋ ਉਹਨਾਂ ਦੀ ਮਹਾਨ ਦੇਣ ਹੈ, ਉਸ ਦੇਣ ਨੂੰ ਪਛਾਣਨ ਤੋਂ ਪਹਿਲਾਂ ਮੀਡੀਆ ਨੇ ਉਹਨਾਂ ਦੇ ਧਾਰਮਿਕ ਚਿੰਨ੍ਹਾਂ ਨੂੰ ਪਹਿਲਾਂ ਵੇਖਿਆ ਅਤੇ ਇਸੇ ਕਰਕੇ ਉਹਨਾਂ ਦਾ ਸਹੀ ਮੁਲਾਂਕਣ ਨਹੀਂ ਕੀਤਾ। ਹਾਲਾਂਕਿ ਖੁਦ ਬਲਬੀਰ ਸਿੰਘ ਸੀਨੀਅਰ ਹੋਣੀ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਖਿਡਾਰੀ ਮੰਨਦੇ ਸਨ ਅਤੇ ਫਿਰ ਆਪਣੀ ਧਾਰਮਿਕ ਪਛਾਣ ਜਾਂ ਆਪਣੇ ਪਿਛੋਕੜ ਦੀ ਗੱਲ ਬਾਅਦ ਵਿੱਚ ਕਰਿਆ ਕਰਦੇ ਸਨ। ਇੱਕ ਵਾਰ ਉਹਨਾਂ ਨੂੰ ਮਹਾਨ ਸਿੱਖ ਹਾਕੀ ਖਿਡਾਰੀ ਦਾ ਅਵਾਰਡ ਦਿੱਤਾ ਗਿਆ ਸੀ। ਇਸ ਅਵਾਰਡ ਨੂੰ ਲੈਣ ਵੇਲੇ ਉਹਨਾਂ ਨੇ ਕਿਹਾ ਸੀ ਕਿ ਉਹ ਧਾਰਮਿਕ ਤੌਰ 'ਤੇ ਅਵਾਰਡ ਨਹੀਂ ਲੈਣਾ ਚਾਹੁੰਦੇ, ਪਰ ਉਹ ਇਸ ਅਵਾਰਡ ਨੂੰ ਇਸ ਕਰਕੇ ਮਨਜ਼ੂਰ ਕਰ ਗਏ ਸਨ ਕਿਉਂਕਿ ਉਹ ਚਾਹੁੰਦੇ ਸਨ ਕਿ ਖੇਡਾਂ, ਕਿ ਨੌਜਵਾਨਾਂ ਦਾ ਹਾਕੀ ਵੱਲ ਧਿਆਨ ਹੋਵੇ
ਅਤੇ ਉਹਨਾਂ ਨੂੰ ਹਾਕੀ ਵੱਲ ਆਉਣ ਲਈ ਪ੍ਰੇਰਿਆ ਜਾ ਸਕੇ। ਇਸ ਲਈ ਉਹਨਾਂ ਨੇ ਅਵਾਰਡ ਮਨਜ਼ੂਰ ਕਰ ਲਿਆ ਸੀ। ਸਾਡਾ ਅੱਜ ਦਾ ਐਪੀਸੋਡ ਬਣਾਉਣ ਦਾ ਮਕਸਦ ਇਹ ਸੀ ਕਿ ਜੋ ਕੰਮ ਇਸ ਦੇਸ਼ ਦਾ ਮੀਡੀਆ ਨਹੀਂ ਕਰ ਸਕਿਆ, ਜੋ ਸਰਕਾਰਾਂ ਨਹੀਂ ਕਰ ਸਕੀਆਂ, ਜੋ ਸਾਡੇ ਦੇਸ਼ ਨੇ ਮੁਕੰਮਲ ਤੌਰ 'ਤੇ ਮਿਲ ਕੇ ਨਹੀਂ ਕੀਤਾ, ਯਾਨੀ ਇਸ ਮਹਾਨ ਖਿਡਾਰੀ ਨੂੰ ਜਿੰਨਾ ਯਾਦ ਕੀਤਾ ਜਾਣਾ ਚਾਹੀਦਾ ਸੀ ਉਹਨਾਂ ਦੇ ਚਲਾਣੇ ਤੋਂ ਬਾਅਦ ਉਹਨਾਂ ਨਹੀਂ ਕੀਤਾ, ਅਤੇ ਇਸ ਖਬਰ ਨੂੰ ਜਿਵੇਂ ਦਬਾਇਆ ਗਿਆ ਉਸ ਦੇ ਰੋਸ ਵਜੋਂ ਅਸੀਂ ਇਹ ਐਪੀਸੋਡ ਜ਼ਰੂਰ ਤਿਆਰ ਕਰਨ ਦਾ ਸੋਚਿਆ ਸੀ ਅਤੇ ਕਿਹਾ ਸੀ ਕਿ ਅਸੀਂ ਆਪਣੀ ਜ਼ਿੰਮੇਵਾਰੀ ਜ਼ਰੂਰ ਨਿਭਾਵਾਂਗੇ ਅਤੇ ਦਰਸ਼ਕਾਂ ਨੂੰ ਖਾਸ ਤੌਰ 'ਤੇ ਨੌਜਵਾਨ ਪੀੜ੍ਹੀ ਨੂੰ ਇਹ ਦੱਸਾਂਗੇ ਕਿ ਕਿੱਡਾ ਮਹਾਨ ਖਿਡਾਰੀ ਅੰਤਰਰਾਸ਼ਟਰੀ ਪੱਧਰ ਦਾ ਸਾਡੇ ਦੇਸ਼ ਵਿੱਚ ਹੋਇਆ ਅਤੇ ਜਿਸ ਨੇ ਸਾਡੇ ਦੇਸ਼ ਦੀਆਂ ਖੇਡਾਂ ਨੂੰ ਇੰਟਰਨੈਸ਼ਨਲ ਪੱਧਰ ਉੱਤੇ ਇੱਕ ਨਵਾਂ ਅਤੇ ਵੱਡਾ ਮੁਕਾਮ ਦਿਵਾਇਆ ਅਤੇ ਉਹਨਾਂ ਤੋਂ ਹੀ ਸਾਡੇ ਦੇਸ਼ ਦੀ ਇੰਟਰਨੈਸ਼ਨਲ ਲੈਵਲ ਉੱਤੇ ਖੇਡਾਂ ਵਿੱਚ ਪਛਾਣ ਬਣੀ ਹੈ। ਇਹ ਗੱਲ ਆਪਾਂ ਹਮੇਸ਼ਾ ਚੇਤੇ ਰੱਖੀਏ ਕਿ ਭਾਰਤੀ ਹਾਕੀ ਦਾ ਸੁਨਹਿਰੀ ਸਮਾਂ ਉਹੀ ਸੀ ਜਦੋਂ ਬਲਬੀਰ ਸਿੰਘ ਹੋਰੀ ਟੀਮ ਵਿੱਚ ਖੇਡ ਰਹੇ ਸਨ, ਜਦੋਂ ਉਹ ਟੀਮ ਦੇ ਉਪ ਕਪਤਾਨ ਸਨ, ਜਦੋਂ ਉਹ ਟੀਮ ਦੇ ਕਪਤਾਨ ਸਨ। ਇਸ ਵਿੱਚ ਕੋਈ ਸੰਯੋਗ ਨਹੀਂ ਕਿ ਜਦੋਂ ਉਹ ਟੀਮ ਵਿੱਚ ਸੀ ਉਦੋਂ ਹੀ ਭਾਰਤੀ ਟੀਮ ਓਲੰਪਿਕ ਮੈਡਲ ਜਿੱਤ ਰਹੀ ਸੀ ਅਤੇ ਉਹਨਾਂ ਤੋਂ ਬਾਅਦ ਭਾਰਤੀ ਹਾਕੀ ਟੀਮ ਨੇ ਕਿੰਨੇ ਕੁ ਮੈਡਲ ਜਿੱਤੇ ਆ ਇਹ ਵੀ ਆਪਾਂ ਨੂੰ ਪਤਾ ਹੀ ਹੈ। ਪਰ ਫਿਰ ਵੀ ਇੰਨਾ ਪਤਾ ਹੋਣ ਦੇ ਬਾਵਜੂਦ ਸਾਡੇ ਦੇਸ਼ ਨੇ ਉਹਨਾਂ ਦਾ ਮੁੱਲ ਨਹੀਂ ਪਾਇਆ। ਬਹੁਤ ਜ਼ਿਆਦਾ ਦੁੱਖ ਦੀ ਗੱਲ ਹੈ। ਬਲਬੀਰ ਸਿੰਘ ਸੀਨੀਅਰ ਹੋਰਾਂ ਬਾਰੇ ਇਹ ਐਪੀਸੋਡ ਬਣਾ ਕੇ ਸਾਨੂੰ ਬੇਹੱਦ ਮਾਣ ਅਤੇ ਫਖਰ ਮਹਿਸੂਸ ਹੋ ਰਿਹਾ ਹੈ ਅਤੇ ਸਾਡੀ ਇਹ ਖੁਸ਼ਕਿਸਮਤੀ ਹੈ ਕਿ ਸਾਨੂੰ ਆਪਣੇ ਚੈਨਲ ਰਾਹੀਂ ਇਸ ਮਹਾਨ ਸ਼ਖਸੀਅਤ ਬਾਰੇ ਗੱਲ ਕਰਨ ਦਾ ਮੌਕਾ ਮਿਲਿਆ ਅਤੇ ਆਸ ਕਰਦੇ ਹਾਂ ਕਿ ਦਰਸ਼ਕਾਂ ਨੂੰ ਵੀ ਬਲਬੀਰ ਸਿੰਘ ਸੀਨੀਅਰ ਦੀ ਜ਼ਿੰਦਗੀ ਦੇ ਬਾਰੇ ਜਾਣ ਕੇ ਅਤੇ ਸਮਝ ਕੇ ਮਾਣ ਮਹਿਸੂਸ ਹੋਵੇਗਾ ਅਤੇ ਅਸੀਂ ਉਹਨਾਂ ਨੂੰ ਹਮੇਸ਼ਾ ਯਾਦ ਰੱਖਾਂਗੇ। ਐਪੀਸੋਡ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।